ਸੋ ਇੱਕ ਸਿੱਖ ਦੀ ਕੀ ਜੀਵਨੀ ਹੋਣੀ ਚਾਹੀਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਟੀਚੇ ਅਨੁਸਾਰ, ਆਓ ਉਸ ਸੰਬੰਧ ਵਿੱਚ ਹੋਰ ਜਾਣਕਾਰੀ ਲੈਂਦੇ ਹਾਂ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਤੋਂ। ਜੀ ਭਾਈ ਸਾਹਿਬ, ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਤੁਸੀਂ ਕਿਹਾ ਕਿ ਇਹ ਜ਼ਰੂਰੀ ਹੈ ਕਿ ਅੱਜ ਅਸੀਂ ਦੇਖ ਰਹੇ ਹਾਂ ਕਿ ਇਹ ਕਰਮ ਕਾਂਡ ਬਹੁਤ ਜ਼ਿਆਦਾ ਪ੍ਰਚਲਿਤ ਹੋ ਗਿਆ, ਗੁਰੂ ਦੀ ਸੋਚ ਨੂੰ ਅਸੀਂ ਨਮਸਤਕ ਤਾਂ ਹੁੰਦੇ ਹਾਂ ਪਰ ਉਸ ਨੂੰ ਅਪਣਾ ਨਹੀਂ ਰਹੇ, ਜਿਸ ਕਾਰਨ ਇਹ ਸਾਰੀ ਖਰਾਬੀ ਜਿਹੜੀ ਹੈ ਸਾਡੇ ਸਾਹਮਣੇ ਆ ਰਹੀ ਹੈ। ਸੋ ਵਿਅਕਤੀਗਤ ਤੌਰ ਦੇ ਉੱਤੇ ਵੀ ਗੁਰੂ ਸਾਹਿਬ ਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਸਾਡੇ ਗੁਰੂਆਂ ਨੇ ਸਾਨੂੰ ਉਪਦੇਸ਼ ਕੀਤਾ, ਉੱਤੇ ਥੋੜ੍ਹਾ ਮੈਂ ਚਾਹਾਂਗਾ ਚਾਨਣਾ ਜ਼ਰੂਰ ਪਾਓ ਕਿ ਸਾਡਾ ਵਿਅਕਤੀਗਤ ਜੀਵਨ ਜਿਹੜਾ ਹੈ ਉਸ ਦੀ ਝਲਕ ਕਿਵੇਂ ਪੈਣੀ ਚਾਹੀਦੀ ਹੈ ਅਤੇ ਕਿਸ ਤਰ੍ਹਾਂ ਦੇ ਅਸੀਂ ਹੋਣੇ ਚਾਹੀਦੇ ਆ। ਵੀਰ ਜੀ ਹਰਪ੍ਰੀਤ ਸਿੰਘ ਜੀ, ਅਸਲੀਅਤ ਤੌਰ ਤੇ ਜੋ ਧਰਮ ਹੈ, ਮੈਂ ਪਹਿਲਾਂ ਵੀ ਇਹ ਕਰ ਰਿਹਾ ਸਾਂ ਗੱਲ, ਉਹ ਸਾਨੂੰ ਵਿਅਕਤੀ ਤੌਰ ਤੇ ਪਹਿਲਾਂ ਸ਼ੁਰੂਆਤ ਕਰਨੀ ਚਾਹੀਦੀ। ਠੀਕ। ਹੁਣ ਜਿੱਦਾਂ ਕਿ ਸਤਿਗੁਰੂ ਨੇ ਬ੍ਰਾਹਮਣ ਦੇ ਪ੍ਰਥਾਏ ਉਹਦੀ ਕਰਮ ਕਿਰਿਆ ਦਾ ਜ਼ਿਕਰ ਕਰਕੇ ਤੇ ਉਸ ਨੂੰ ਝੰਜੋੜਿਆ ਜੀ ਕਿ ਤੂੰ ਇੱਕ ਕੇਵਲ ਆ ਧਰਮ ਦੀ ਕਿਰਿਆ ਇੱਕ ਤੋਂ ਇੱਕ ਪਖੰਡ ਬਣ ਗਿਆ ਜੀ, ਕਿਉਂਕਿ ਤੇਰੇ ਅੰਦਰ ਜਿਹੜੇ ਸੀ ਇਹ ਜੀਵਨ ਨਹੀਂ ਸੀ। ਜੇ ਅੱਜ ਅਸੀਂ ਆਪਣੇ ਸਿੱਖ ਜਗਤ ਵੱਲ ਝਾਤੀ ਮਾਰ ਕੇ ਦੇਖੀਏ ਤੇ ਆਪਾਂ ਨੂੰ ਬਿਲਕੁਲ ਇੱਕਦਮ ਨਜ਼ਰ ਆਵੇਗਾ ਕਿ ਅੱਜ ਲੋਕ ਆਪਣੇ ਆਪ ਨੂੰ ਸਵਾਰਨ ਦਾ ਯਤਨ ਨਹੀਂ, ਕੇਵਲ ਇੱਕ ਧਰਮ ਦੀ ਕਿਰਿਆ ਦਾ ਵਿਖਾਲਾ ਹੋ ਰਿਹਾ ਹੈ ਸਾਡੇ 'ਚ। ਓਕੇ। ਗੁਰਦੁਆਰਿਆਂ ਵਿੱਚ ਜੋੜੇ ਝਾੜੇ ਜਾ ਰਹੇ ਨੇ, ਪਰ ਜੋੜੇ ਝਾੜਨ ਦੇ ਨਾਲ ਆਪਣਾ ਮਨ ਨਹੀਂ ਝਾੜਿਆ ਜਾ ਰਿਹਾ, ਆਪਣੇ ਆਪ ਨੂੰ। ਫਿਰ ਜਿਹੜਾ ਗੁਰਦੁਆਰੇ ਜੋੜੇ ਝਾੜਦਾ ਹੈ ਜੀ ਜਾਂ ਗੁਰਦੁਆਰੇ ਭਾਂਡੇ ਮਾਂਜਦਾ ਹੈ, ਕੋਈ ਇਹ ਨਹੀਂ ਵੀ ਗੁਰਦੁਆਰੇ ਦੇ ਵਿੱਚ ਸੇਵਾ ਕਰਨੀ ਗੁਨਾਹ ਹੈ, ਪਰ ਇਹ ਵੀ ਦੇਖਣਾ ਹੈ ਕਿ ਮੈਂ ਆਪਣੀ ਪਰਿਵਾਰਕ ਇਕਾਈ ਤੋਂ ਆਪਣਾ ਜੀਵਨ ਕਿਹੋ ਜਿਹਾ ਰੱਖਦਾ ਜੀ। ਜੇ ਮੈਂ ਗੁਰਦੁਆਰੇ ਵਿੱਚ ਭਾਂਡੇ ਮਾਂਜਦਾ ਕਿ ਐਸਾ ਤੇ ਨਹੀਂ ਕਿ ਘਰ ਦੇ ਵਿੱਚ ਮੈਂ ਇੱਕ ਦਲਿੱਦਰ ਦਾ ਜੁੱਲਾ ਪਹਿਰ ਕੇ ਤੇ ਘਰ ਦੇ ਜੀਆਂ ਦੇ ਉੱਤੇ ਹੰਕਾਰ ਦਾ ਰੋਹ ਪਾਉਂਦਾ ਪਿਆ ਹਾਂ ਜੀ। ਫਿਰ ਭਾਂਡੇ ਮਾਂਜਣੇ ਜਿਹੜੇ ਨੇ ਉਹ ਇੱਕ ਕਰਮ ਕਿਰਿਆ ਹੋ ਜਾਏਗੀ। ਠੀਕ। ਉਹ ਜੀਵਨ ਜਿਹੜਾ ਸਾਨੂੰ ਆਪਣੇ ਜੀਵਨ ਤੋਂ, ਭਾਵੇਂ ਪਰਿਵਾਰਕ ਤੌਰ ਤੇ ਆਪਣੇ ਆਪ ਤੋਂ ਪਹਿਲੋਂ ਸ਼ੁਰੂਆਤ ਕਰਨੀ ਚਾਹੀਦੀ। ਜੀ। ਇਹ ਹੁੰਦਾ ਹੈ ਕਿ ਜਿਸ ਵਕਤ ਬੰਦਾ ਭਾਵੇਂ ਉਹ ਗੁਰਦੁਆਰੇ ਆ ਕੇ ਭਾਂਡੇ ਮਾਂਜਦਾ, ਜੋੜੇ ਝਾੜਦਾ, ਤੱਪੜ ਝਾੜਦਾ, ਆਪਣੇ ਪਰਸਨਲ ਜੀਵਨ ਨੂੰ ਨਹੀਂ ਸਵਾਰਦਾ, ਉਹਦਾ ਪਰਿਵਾਰਕ ਜੀਵਨ ਜਿਹੜਾ ਉਹ ਇੱਕ ਕੋਈ ਬਹੁਤਾ ਖੁਸ਼ਹਾਲ ਜੀਵਨ ਨਹੀਂ ਜੀ। ਤੇ ਉਥੋਂ ਅੱਗੇ ਜੇ ਉਹ ਪਰਿਵਾਰਕ ਜ਼ਿੰਦਗੀ ਨੂੰ ਇੱਕ ਚੰਗੇ ਢੰਗ ਨਾਲ ਨਹੀਂ ਜੀ ਸਕਿਆ, ਪਰਿਵਾਰ ਨੂੰ ਖੁਸ਼ਹਾਲੀ ਨਹੀਂ ਦੇ ਸਕਿਆ, ਜੀ। ਜੇ ਫਰਜ਼ ਕਰ ਲਓ ਐਸੀ ਬਿਰਤੀ ਇੱਕ ਕੌਮੀ ਪੱਧਰ ਦੀ ਸੋਚ ਸੋਚਣ ਲੱਗ ਪਏ, ਉਹ ਕੌਮ ਨੂੰ ਕੀ ਖੁਸ਼ਹਾਲੀ ਦੇ? ਠੀਕ। ਜਿਸ ਨੇ ਆਪਣੇ ਘਰ ਪਰਿਵਾਰ ਨੂੰ ਖੁਸ਼ੀ ਨਹੀਂ ਦਿੱਤੀ, ਇੱਕ ਕੇਵਲ ਧਰਮ ਦਾ ਲਿਬਾਸ ਤੇ ਧਰਮ ਦੇ ਕਿਰਿਆ ਕਰਮਾਂ ਦੇ ਵਿੱਚ ਉਹ ਰਹਿ ਗਿਆ ਜੀ। ਤੇ ਸੇਵਾ ਕੇਵਲ ਗੁਰਦੁਆਰੇ ਤੱਕ, ਤੇ ਘਰ ਦੇ ਵਿੱਚ ਉਹ ਇੱਕ ਦਲਿੱਦਰ ਲੈ ਕੇ ਤੁਰਿਆ ਹੋਇਆ ਜਾਂ ਹੰਕਾਰ ਲੈ ਕੇ ਤੁਰਿਆ, ਘਰ ਦੇ ਵਿੱਚ ਉਹ ਕਲੇਸ਼ ਦਾ ਮੁੱਢ ਬਣ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਬੰਦਾ ਆਪਣੇ ਆਪ ਨੂੰ ਨਹੀਂ ਸਵਾਰਦਾ, ਨਾ ਉਹ ਘਰ ਪਰਿਵਾਰ ਦੀ ਸੇਵਾ ਕਰ ਸਕਦਾ, ਨਾ ਉਹ ਸਮਾਜ ਦੀ ਸੇਵਾ ਕਰ ਸਕਦਾ, ਨਾ ਉਹ ਕੌਮੀ ਸੇਵਾ ਕਰ ਸਕਦਾ। ਅਸਲ ਵਿੱਚ ਜਿਹਨੇ ਆਪਣੇ ਆਪ ਨੂੰ ਅੰਦਰੋਂ ਸਵਾਰਿਆ ਜੀ, ਉਹੀ ਕੌਮੀ ਪੱਧਰ ਤੇ ਸੇਵਾ ਕਰ ਸਕਦਾ, ਜਿਹੜਾ ਵਿਅਕਤੀ ਪੱਧਰ ਤੇ ਆਪਣੇ ਆਪ ਨੂੰ ਸਵਾਰਦਾ ਹੈ। ਹੁਣ ਵੇਖੋ, ਜਿਹੜੇ ਸਵਰੇ ਹੋਏ ਸਨ, ਅਸਲ ਵਿੱਚ ਕੌਮ ਦੀ ਸੇਵਾ ਉਹਨਾਂ ਨੇ ਕੀਤੀ ਹੈ ਜੀ। ਜੇ ਹੁਣ ਨਵਾਬ ਕਪੂਰ ਸਿੰਘ ਦਾ ਜੀਵਨ ਲਿਆ ਜਾਏ, ਉਹ ਇੱਕ ਇਹੋ ਜਿਹਾ ਸਵਰੇ ਹੋਏ ਨੇ, ਉਹ ਕੇਵਲ ਆ ਕੇ ਪੰਥ ਦੇ ਘੋੜਿਆਂ ਦੀ ਲਿੱਦੀ ਨਹੀਂ ਚੁੱਕ ਕੇ ਸੁੱਟਦੇ ਜਾਂ ਗੁਰੂ ਘਰ ਵਿੱਚ ਆ ਕੇ ਜੋੜੇ ਨਹੀਂ ਝਾੜਦੇ ਜੀ। ਉਹਨਾਂ ਨੇ ਆਪਣੇ ਆਪ ਨੂੰ ਅੰਦਰੋਂ ਵੀ ਝਾੜਿਆ ਹੋਇਆ। ਉਹ ਇੱਕ ਸਫਲ ਕੌਮੀ ਸੇਵਕ ਹੋ ਕੇ ਸਾਹਮਣੇ ਆਇਆ, ਇਤਿਹਾਸ ਦਾ ਇੱਕ ਚਮਕਦਾ ਹੋਇਆ ਹੀਰਾ। ਠੀਕ। ਜਿਸ ਵਕਤ ਉਹਨਾਂ ਨੂੰ ਪੰਥ ਨੇ ਨਵਾਬੀ ਪੇਸ਼ ਕੀਤੀ, ਉਹਨਾਂ ਆਖਿਆ ਜੀ ਨਵਾਬ ਕਿਸੇ ਹੋਰ ਨੂੰ ਬਣਾਓ, ਮੈਂ ਕੇਵਲ ਸੇਵਾਦਾਰੀ ਠੀਕ ਹਾਂ। ਜਿਸ ਵਕਤ ਪੰਥ ਨੇ ਆਖਿਆ ਇੱਥੇ ਤੇਰੀ ਨਹੀਂ ਚੱਲਣੀ, ਇੱਥੇ ਪੰਥ ਦਾ ਹੁਕਮ ਹੈ ਜੀ, ਉਹਨਾਂ ਸਿਰ ਝੁਕਾ ਕੇ ਫਿਰ ਇਹ ਗੱਲ ਆਖੀ ਵੀ ਜੀ ਸਦਕੇ ਚਲੋ, ਤੁਹਾਡਾ ਹੁਕਮ ਹੈ, ਪ੍ਰਵਾਨ ਹੈ ਮੈਨੂੰ, ਪਰ ਇਹ ਨਵਾਬੀ ਸਿੰਘਾਂ ਦੇ ਜੋੜਿਆਂ ਨੂੰ ਛੁਹਾ ਕੇ ਦਿਓ ਤਾਂ ਕਿ ਮੈਨੂੰ ਪਤਾ ਲੱਗੇ ਕਿ ਸਿੰਘਾਂ ਦੀ ਸੇਵਾ ਵੱਡੀ ਹੈ, ਨਵਾਬੀ ਵੱਡੀ ਨਹੀਂ। ਠੀਕ। ਤੇ ਜਦੋਂ ਇਹ ਖਿਆਲ ਦੇ ਵਿੱਚ ਰਹੇਗਾ, ਆਪਣੇ ਆਪ ਨੂੰ ਬੰਦਾ ਸਬਰ ਕੇ ਤੁਰੇਗਾ, ਪਰਿਵਾਰਕ ਜੀਵਨ ਉਹਦਾ ਖੁਸ਼ਹਾਲ ਹੋਵੇਗਾ, ਕੌਮੀ ਪਰਿਵਾਰਕ ਤੌਰ ਤੇ ਵੀ ਚੰਗੀ ਸੇਵਾ ਕਰਕੇ ਕੌਮ ਦੀ ਖੁਸ਼ੀ ਲੈ ਸਕੇਗਾ। ਬਿਲਕੁਲ ਜੀ, ਸਹੀ ਫਰਮਾਇਆ। ਕਿਉਂਕਿ ਅੱਜ ਇਹੀ ਚੀਜ਼ ਜਿਹੜੀ ਤੁਸੀਂ ਕੌਮੀ ਤੌਰ ਤੇ ਜਿਹੜੀ ਜ਼ਿਕਰ ਕੀਤਾ ਕਿ ਅੱਜ ਤੱਕ ਗੁਰਦੁਆਰਿਆਂ ਦੇ ਵਿੱਚ ਇਲੈਕਸ਼ਨਾਂ ਵਾਸਤੇ ਜਿਹੜੇ ਫਾਰਮ ਵੰਡੇ ਜਾਂਦੇ ਨੇ, ਉਹਦੇ ਵਿੱਚ ਵੀ ਇਹ ਕਿਹਾ ਜਾਂਦਾ ਕਿ ਕੋਈ ਨਹੀਂ, ਤੁਸੀਂ ਲੈ ਜਾਓ ਫਾਰਮ, ਲੈ ਜਾਓ, ਪੈਸੇ ਅਸੀਂ ਆਪਣੇ ਆਪ ਭਰ ਦਾਂਗੇ। ਇਹੋ ਜਿਹੀ ਜਿਹੜੀ ਸੋਚ ਵੀ ਆ ਗਈ ਇੱਥੇ ਵੀ। ਅਸੀਂ ਦੇਖ ਰਹੇ ਹੁਣ ਇਲੈਕਸ਼ਨਸ ਹੋਣ ਵਾਲੀਆਂ ਨੇ ਗੁਰਦੁਆਰੇ ਸਾਹਿਬ ਵਿੱਚ, ਤਾਂ ਉੱਥੇ ਵੀ ਇਹੀ ਚੀਜ਼ਾਂ ਚੱਲ ਰਹੀਆਂ, ਜਿੰਨੇ ਵੀ ਗਰੁੱਪ ਨੇ ਇਹੀ ਸਭ ਕੁਝ ਕਰ ਰਹੇ ਨੇ, ਪਰ ਫਿਰ ਵੀ ਉਹ ਆਪਣੇ ਆਪ ਨੂੰ ਸੇਵਾਦਾਰ ਰਖਵਾਉਣਾ ਚਾਹੁੰਦੇ ਨੇ। ਸੋ ਉਹ ਕੌਮੀ ਸੋਚ ਦੀ ਜਿਹੜੀ ਅਸੀਂ ਗੱਲ ਕੀਤੀ ਕਿ ਇੱਕ ਸਿੱਖ ਦੀ ਕੀ ਕੌਮੀ ਸੋਚ ਹੋਣੀ ਚਾਹੀਦੀ ਹੈ, ਉਹ ਇੱਥੋਂ ਉਜਾਗਰ ਹੁੰਦੀ ਹੈ ਕਿ ਅਸੀਂ ਤਾਂ ਵਿਕਾਊ ਹੋ ਗਏ, ਅਸੀਂ ਤਾਂ ਸੱਚ ਨਾਲ ਬਿਲਕੁਲ ਜੁੜ ਕੇ ਅੱਗੇ ਜੋ ਸੱਚ ਹੈ ਉਸ ਨੂੰ ਨਹੀਂ ਲਿਆਉਣਾ ਚਾਹੁੰਦੇ। ਹਾਂਜੀ, ਬਿਲਕੁਲ ਠੀਕ ਹੈ। ਜਿੱਥੇ ਅਸੀਂ ਅੰਦਰੂਨੀ ਖਾਤੇ 'ਚ ਇਹ ਕੌਮੀ ਸੇਵਕ ਚੰਗੇ ਹੋਣੇ ਚਾਹੀਦੇ ਨੇ, ਉੱਥੇ 'ਚ ਕੋਈ ਸ਼ੱਕ ਨਹੀਂ ਕਿ ਨਾਲ ਪਹਿਰਾਵੇ ਦੇ ਤੌਰ ਤੇ ਵੀ ਸਿੱਖੀ ਲਿਬਾਸ ਵਿੱਚ ਸੇਵਕ ਹੋਣੇ ਚਾਹੀਦੇ ਨੇ ਜੀ। ਇਹ ਮੈਂ ਇਸ ਹੱਕ 'ਚ ਹਾਂ ਜਿੱਥੇ ਸਾਨੂੰ ਅੱਜ ਅੰਦਰੋਂ ਸਵਰਨ ਦੀ ਜ਼ਰੂਰਤ ਹੈ,
ਉੱਥੇ ਭਾਵੇਂ ਇੱਕ ਪ੍ਰਬੰਧਕੀ ਢਾਂਚਾ ਹੈ ਜੀ ਕਿਸੇ ਵੀ ਗੁਰਦੁਆਰੇ ਦਾ, ਮੈਂ ਇਸ ਹੱਕ 'ਚ ਹਾਂ ਕਿ ਉਹਦੇ ਕੋਲ ਗੁਰੂ ਦਾ ਪਹਿਰਾਵਾ ਬਾਣਾ ਲਾਜ਼ਮੀ ਹੈ। ਜੇ ਕੋਈ ਮਾਡਲ ਇਸ ਤਰ੍ਹਾਂ ਦਾ ਸਾਹਮਣੇ ਆ ਜਾਏ, ਫਰਜ਼ ਕਰ ਲਓ ਅਸੀਂ ਲੋਕ ਹੁਣ ਸਟੇਜ ਤੇ ਬੈਠਦੇ ਹਾਂ, ਜੀ ਜੇ ਸਾਡੇ ਕੋਲ ਕੇਸਦਾੜੀ ਨਹੀਂ ਹੋਣਗੇ ਤੇ ਸਾਡੇ ਆਉਣ ਵਾਲੇ ਜਿਹੜੇ ਬੱਚੇ ਨੇ ਉਹ ਕਦੀ ਵੀ ਨਹੀਂ ਖਿਆਲ ਵਿੱਚ ਲਿਆਉਣਗੇ ਰਾਈਟ ਵੀ ਅਸੀਂ ਕੇਸਦਾੜੀਆਂ ਰੱਖੀਏ। ਮੈਂ ਇਸ ਹੱਕ 'ਚ ਨਹੀਂ ਕਿ ਕੋਈ ਕੇਸਦਾੜੀਆਂ ਰੱਖ ਕੇ ਕੋਈ ਪ੍ਰਬੰਧਕ ਸੇਵਕ ਬਣ ਕੇ ਤੇ ਅੰਦਰੋਂ ਸੇਵ ਭਾਵਨਾ ਨਾ ਰੱਖੇ ਜੀ ਜੀ ਤੇ ਹੰਕਾਰ ਬਿਰਤੀ ਲੈ ਕੇ ਫਿਰੇ, ਇਸ ਹੱਕ 'ਚ ਵੀ ਨਹੀਂ। ਗੁਰੂ ਦਾ ਜੋ ਸੱਚ ਹੈ ਉਹ ਇਹ ਵੇ। ਤੇ ਜਿੱਥੇ ਆਪਾਂ ਇਹ ਰੱਖਣਾ ਉੱਥੇ ਇਹ ਵੀ ਹੈ ਕਿ ਜਿਨ੍ਹਾਂ ਨੇ ਅੱਗੇ ਹੋ ਕੇ ਗੁਰਦੁਆਰਿਆਂ ਦੀ ਸੇਵਾ ਕਰਨੀ ਹੈ ਉਹ ਬਾਣੇ ਦੇ ਜ਼ਰੂਰੀ ਧਾਰਨੀ ਹੋਣੀ ਚਾਹੀਦੇ ਨੇ। ਤੇ ਕਿਉਂਕਿ ਬਾਣੇ ਦੀ ਅਹਿਮੀਅਤ ਹੈ, ਹੁਣ ਜੇ ਇਤਿਹਾਸ ਦਾ ਪਿਛੋਕੜ ਲਿਆ ਜਾਏ, ਪੈਂਦੇ ਖਾਨ ਜਿਹੜਾ ਹੈ ਉਹ ਬੜਾ ਬਲੀ ਸੂਰਮਾ ਯੋਧਾ ਹੈ। ਉਹਨੂੰ ਮਹਾਰਾਜ ਪਾਤਸ਼ਾਹ ਨੇ ਪੁੱਤਰਾਂ ਵਾਂਗੂ ਪਾਲਿਆ। ਸੱਚੇ ਪਾਤਸ਼ਾਹ ਨੇ ਉਹਨੂੰ ਇੱਕ ਦਿਨ ਆਪਣੇ ਘਰ ਚੋਂ ਪੁਸ਼ਾਕਾ ਦਿੱਤਾ ਹੈ, ਉਹਨੂੰ ਆਖਿਆ ਵੀ ਪੈਂਦੇ ਖਾਨ ਤੂੰ ਪਾ ਕੇ ਸਾਡੇ ਘਰ ਚ ਆਇਆ ਕਰ। ਹੁਣ ਉਹਨੇ ਅੱਗੋਂ ਆਪਣੇ ਜਵਾਈ ਨੂੰ ਦੇ ਦਿੱਤਾ, ਉਹਨੇ ਬਾਣੇ ਦੀ ਅਹਿਮੀਅਤ ਸਮਝੀ ਨਹੀਂ। ਜੀ ਹੁਣ ਜਦੋਂ ਆਉਂਦਾ ਤੇ ਮਹਾਰਾਜ ਉਹਨੂੰ ਪੁੱਛਦੇ ਨੇ ਪੈਂਦੇ ਖਾਨ ਉਹ ਬਾਣਾ ਪਾ ਕੇ ਨਹੀਂ ਆਇਆ, ਉਹ ਅੱਗੋਂ ਝੂਠ ਬੋਲ ਦਿੰਦਾ। ਇੱਕ ਸਮਾਂ ਆਇਆ ਕਿ 6ਵੇਂ ਪਾਤਸ਼ਾਹ ਨੇ ਉਹਨੂੰ ਕਹਿ ਦਿੱਤਾ ਸੀ, ਤੈਨੂੰ ਸ਼ਾਇਦ ਨਾ ਪਤਾ ਹੋਵੇ ਤੇਰੀ ਇੱਥੇ ਤਾਕਤ ਦੀ ਕੀਮਤ ਨਹੀਂ, ਇੱਥੇ ਬਾਣੇ ਦੀ ਕੀਮਤ ਹੈ। ਤੇ ਮਹਾਰਾਜ ਨੇ ਉਸ ਨੂੰ ਰੋਕ ਲਾ ਦਿੱਤੀ ਸੀ। ਜੀ ਤੇ ਇਹ ਇਤਿਹਾਸ ਦੀਆਂ ਐਸੀਆਂ ਘਟਨਾਵਾਂ ਨੇ ਜਿਹਦੇ ਵਿੱਚ ਸਾਨੂੰ ਝੰਜੋੜਿਆ ਜਾਂਦਾ ਹੈ ਇਤਿਹਾਸ ਵਾਲੇ ਪਾਸਿਓਂ ਵੀ, ਰਾਈਟ ਵੀ ਸਾਨੂੰ ਜਿੱਥੇ ਅੱਜ ਚੰਗੇ ਨੇਕ ਖਿਆਲਾਤਾਂ ਦੀ ਜ਼ਰੂਰਤ ਹੈ ਉੱਥੇ ਸਾਨੂੰ ਇੱਕ ਮਾਡਲ ਰੂਪ ਜਿਹਨੇ ਸਾਹਮਣੇ ਬਣ ਕੇ ਆਉਣਾ ਹੈ। ਭਾਵੇਂ ਕੋਈ ਕੀਰਤਨੀਆ ਭਾਵੇਂ ਕੋਈ ਪ੍ਰਬੰਧਕ ਹੈ, ਉਹਨੂੰ ਬਾਣੀ ਤੇ ਬਾਣੇ ਦਾ ਪੂਰਨ ਤੌਰ ਤੇ ਧਾਰਨੀ ਹੋਣਾ ਚਾਹੀਦਾ ਹੈ। ਬਿਲਕੁਲ ਕੋਈ ਸ਼ੱਕ ਨਹੀਂ ਜੀ ਕਿ ਬਾਣੀ ਤੇ ਬਾਣੇ ਦੀ ਮਹੱਤਤਾ ਹੈਗੀ ਹੈ, ਪਰ ਅੱਜ ਕਈ ਪਾਸੇ ਅਸੀਂ ਦੇਖਦੇ ਹਾਂ ਕਿ ਸਿਰਫ ਬਾਣੇ ਦੇ ਉੱਤੇ ਹੀ ਜ਼ੋਰ ਦਿੱਤਾ ਜਾਂਦਾ ਹੈ ਤੇ ਅਸੀਂ ਆਊਟਵਰਡ ਅਪੀਅਰੈਂਸ ਨੂੰ ਹੀ ਦੇਖ ਕੇ ਜਿਹੜੇ ਦੈਵੀ ਗੁਣਾਂ ਦੀ ਜਿਹੜੀ ਗੁਰੂ ਗ੍ਰੰਥ ਸਾਹਿਬ ਗੱਲ ਕਰਦੀ ਹੈ ਕਿ ਕਿਸੇ ਦਾ ਹੱਕ ਨਹੀਂ ਮਾਰਨਾ, ਇਮਾਨਦਾਰੀ, ਕਿਸੇ ਨਾਲ ਦਇਆ ਦਾ, ਇਹ ਜਿਹੜੇ ਕਨਸੈਪਟਸ ਨੇ ਇਹਨਾਂ ਤੋਂ ਅਸੀਂ ਦੂਰ ਹੁੰਦੇ ਜਾ ਰਹੇ ਹਾਂ। ਬਿਲਕੁਲ ਉਹ ਫਿਰ ਬਾਣੇ ਦੇ ਨਾਲ ਅਸਲ ਵਿੱਚ ਉਹ ਬਾਣੇ ਦੀ ਮਹਾਨਤਾ ਘਟਾਉਂਦੇ ਨੇ ਲੋਕ ਜੀ ਕਿਉਂਕਿ ਜੇ ਇੱਕ ਠੱਗ ਸੰਤ ਦਾ ਪਹਿਰਾਵਾ ਪਾਵੇਗਾ ਉਹ ਸੰਤ ਦੇ ਪਹਿਰਾਵੇ ਨੂੰ ਕਲੰਕਤ ਹੋਵੇਗਾ। ਅੱਜ ਐਸਾ ਹੀ ਹੋ ਰਿਹਾ ਹੈ। ਅੱਜ ਕਿਉਂ ਸੰਤ ਸ਼ਬਦ ਦੇ ਪ੍ਰਤੀ ਐਸਾ ਕੁਝ ਹੋ ਰਿਹਾ ਹੈ? ਰਾਈਟ ਇਹੀ ਕਾਰਨ ਹੈ ਕਿ ਠੱਗਾਂ ਨੇ ਸੰਤਾਂ ਦਾ ਪਹਿਰਾਵਾ ਪਾ ਲਿਆ। ਬਾਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਸੇ ਨਾਮ ਜਪਣ ਵਾਲੇ ਭਜਨੀਕ ਇੱਕ ਬਖਸ਼ੀ ਹੋਈ ਰੂਹ ਜਿਹੜੀ ਪੂਰਨ ਤੌਰ ਤੇ ਸ਼ਿਖਰ ਤੇ ਪਹੁੰਚੀ ਹੈ, ਉਹਨੂੰ ਤੇ ਬੜਾ ਅਦਬ ਦਿੱਤਾ ਹੈ। ਹਮ ਸੰਤਨ ਕੀ ਰੇਨ ਪਿਆਰੇ ਐਸੇ, ਹਮ ਸੰਤਨ ਕੀ ਸਰਨਾ, ਐਸਾ ਅਦਬ ਦਿੱਤਾ ਗਿਆ। ਪਰ ਜਦੋਂ ਅੰਦਰੋਂ ਬੰਦਾ ਨੇਕ ਨੀਅਤ ਨਾ ਹੋਵੇ ਤੇ ਬਾਹਰੋਂ ਕੇਵਲ ਇੱਕ ਧਰਮ ਦਾ ਲਿਬਾਸ ਰੱਖੇ, ਫਿਰ ਉਹਦੇ ਵਾਸਤੇ ਇੱਕ ਵਿਦਵਾਨ ਸੁਚੇਤ ਵੀ ਕਰਦਾ, ਕਹਿੰਦਾ ਲਿਬਾਸ ਸੇ ਖਿਜ਼ਰ में यहाँ कई राहजन भी फिरते हैं, दुनिया में रहना है तो कुछ पहचान पैदा कर। ਸਾਨੂੰ ਗੁਰੂ ਦਾ ਵਿਵੇਕ ਲੈ ਕੇ ਐਸੇ ਲੋਕਾਂ ਨੂੰ ਪਛਾਣਨਾ ਚਾਹੀਦਾ ਜੀ। ਸੋ ਹੁਣ ਜਿੱਥੇ ਵਿਵੇਕ ਬੁੱਧੀ ਦੀ ਤੁਸੀਂ ਗੱਲ ਕਰ ਰਹੇ ਹੈਗੇ ਹੋ ਕਿ ਇਹ ਤਾਂ ਬੜੀ ਵੱਡੀ ਸਮੱਸਿਆ ਹਰ ਪਾਸੇ 'ਚ ਦੇਖ ਰਹੇ ਹਾਂ, ਜਿਹੜੇ ਮਰਜ਼ੀ ਮੁਲਕ 'ਚ ਅਸੀਂ ਜਾਈਏ, ਕੈਨੇਡਾ ਵਿੱਚ ਵੀ ਹੈ, ਹਿੰਦੁਸਤਾਨ 'ਚ ਵੀ ਹੈ, ਤੇ ਆਸਟ੍ਰੇਲੀਆ 'ਚ ਵੀ ਤੇ USA ਵਿੱਚ ਵੀ ਇਹ ਚੀਜ਼ ਸਾਹਮਣੇ ਆ ਰਹੀ ਹੈ। ਹੁਣ ਸਵਾਲ ਆਉਂਦਾ ਹੈਗਾ ਕਿ ਇਹ ਤਾਂ ਪ੍ਰੋਬਲਮਸ ਹੋ ਗਈਆਂ, ਇਸ ਦੇ ਸੋਲਿਊਸ਼ਨ ਵਾਲੇ ਪਾਸੇ ਜਿੱਥੇ ਅਸੀਂ ਗੱਲ ਕਰ ਰਹੇ ਹਾਂ ਕਿ ਵਿਅਕਤੀਗਤ ਤੌਰ ਤੇ ਸਾਨੂੰ ਸ਼ੁਰੂਆਤ ਕਰਨੀ ਪਏਗੀ। ਪਰ ਅੱਜ ਕਈ ਵਾਰੀ ਇਹ ਹੁੰਦਾ ਹੈ ਕਿ ਇੰਨੀਆਂ ਸਾਰੀਆਂ ਗੱਲਾਂ ਸੁਣ ਕੇ, ਅਤੇ ਈਵਨ ਤੁਸੀਂ ਜਿੱਥੇ ਬਾਣੇ ਦੀ ਗੱਲ ਕੀਤੀ, ਅੱਜ ਨੌਜਵਾਨ ਪੀੜ੍ਹੀ ਜਿਹੜੀ ਹੈ, ਅੱਜ ਅਸੀਂ ਦੇਖ ਰਹੇ ਹਾਂ ਕਿ ਜਿਹੜੇ ਲੋਕ ਆਪਣੇ ਆਪ ਨੂੰ ਸਾਡੀ ਕੌਮ ਨੂੰ ਲੀਡਰ ਰਖਵਾਉਂਦੇ ਨੇ, ਉਹਨਾਂ ਦੇ ਆਪਣੇ ਘਰਾਂ ਦੇ ਵਿੱਚ ਬਾਣਾ ਨਜ਼ਰ ਨਹੀਂ ਆ ਰਿਹਾ। ਤੇ ਤੁਸੀਂ ਕਹਿੰਦੇ ਆ ਕਿਸੇ ਨੂੰ ਕੁਝ ਕਹਿਣਾ ਹੋਏ ਪਹਿਲਾਂ ਆਪਣੇ ਆਪ ਨੂੰ ਤਾਂ ਅਸੀਂ ਆਪਣੀ ਪੀੜ੍ਹੀ ਥੱਲੇ ਤਾਂ ਛੋਟਾ ਫੇਰ ਲਈਏ ਮੰਜੀ ਦੇ ਥੱਲੇ, ਤੇ ਤਦ ਸਾਨੂੰ ਪਤਾ ਲੱਗੇਗਾ ਕਿੱਥੇ ਅਸੀਂ ਖਲੋਤੇ ਹਾਂ। ਸੋ ਉਪਦੇਸ਼ ਤਾਂ ਬਹੁਤ ਹੋ ਰਿਹਾ ਪਰ ਉਸ ਦਾ ਰਿਜ਼ਲਟ ਜਿਹੜਾ ਹੈ ਉਹ ਸਾਹਮਣੇ ਨਹੀਂ ਆ ਰਿਹਾ। ਸੋ ਇੱਕ ਕਾਮਨ ਸਿੱਖ ਵਾਸਤੇ ਤੁਸੀਂ ਕੀ ਕਹਿੰਦੇ ਹੋ ਕਿ ਕਿਸ ਤਰੀਕੇ ਨਾਲ ਐਜ਼ ਗੁਰੂ ਦੇ ਇਸ ਲੜ ਲੱਗੇ ਹੋਏ ਪੰਥ ਨਾਲ ਤੁਸੀਂ ਜਿਹੜਾ ਸੇਵਾ ਨਿਭਾ ਰਹੇ ਹੋ? ਤੁਹਾਡੀ ਆਪਣੀ ਇੱਕ ਸੋਚ ਹੈਗੀ ਜਿਸ ਦੇ ਕਿ ਤੁਸੀਂ ਪੜ੍ਹ ਕੇ ਰਿਸਰਚ ਕਰਕੇ ਅੱਗੇ ਆ ਕੇ ਸੰਗਤਾਂ ਨਾਲ ਸਾਂਝ ਪਾਉਂਦੇ ਹੋ, ਤਾਂ ਤੁਹਾਡਾ ਜਿਹੜਾ ਐਕਸਪੀਰੀਅੰਸ ਹੈ ਉਹ ਕੀ ਕਹਿੰਦਾ, ਕਿੱਥੋਂ ਸ਼ੁਰੂਆਤ ਕੀਤੀ ਜਾਵੇ? ਬਿਲਕੁਲ ਜੀ, ਜੋ ਲੀਡਰਸ਼ਿਪ ਹੈ, ਪਹਿਲੀ ਗੱਲ ਤਾਂ ਇਹ ਵੇ ਕਿ ਮੈਂ ਇਸ ਚੀਜ਼ ਨੂੰ ਮੰਨਦਾ ਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਇਹ ਮੰਨਿਆ ਜਾਏ ਕਿ ਲੀਡਰ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਂ ਪੰਜ ਪਿਆਰੇ ਨੇ। ਤੇ ਇਸ ਲੀਡਰਸ਼ਿਪ ਨੂੰ ਇਹ ਜ਼ਰੂਰ ਆਪਣੇ ਖਿਆਲ 'ਚ ਰੱਖਣਾ ਚਾਹੀਦਾ। ਸ਼ਾਇਦ ਜੇ ਗੁਰੂ ਗ੍ਰੰਥ ਸਾਹਿਬ ਦੇ ਪੰਜ ਪਿਆਰਿਆਂ ਦੀ ਤਾਬਿਆਂ ਵਿੱਚ ਹੋ ਜਾਣ ਤੇ ਇਹਨਾਂ ਦਾ ਜੀਵਨ ਆਪਣੇ ਆਪ ਹੀ ਸੁਰਤਾਲ ਦੇ ਵਿੱਚ ਹੋ ਜਾਣਾ ਜੀ। ਪਰ ਅੱਜ ਇਹੀ ਹੈ ਕਿ ਅੱਜ ਅਸੀਂ ਜਿਹੜੇ ਸਰਬੰਸਦਾਨੀ ਸਤਿਗੁਰੂ ਪਾਤਸ਼ਾਹ ਨੇ ਆਪਣੇ ਜੀਵਨ ਦੇ ਵਿੱਚ ਚਮਕੌਰ ਸਾਹਿਬ ਦੀ ਕੱਚੀ ਗੜੀ ਨੂੰ ਛੱਡ ਕੇ ਇੱਕ ਪੂਰਨਾ ਪਾਇਆ ਸੀ ਕਿ ਸਰਮੋਰ ਮੈਂ ਨਹੀਂ, ਸਰਮੋਰ ਪੰਜ ਪਿਆਰੇ ਨੇ ਜੀ। ਅੱਜ ਅਸੀਂ ਉਸ ਮਰਿਆਦਾ ਨੂੰ ਮੁੱਖ ਰੱਖੀਏ, ਗੁਰੂ ਗ੍ਰੰਥ ਸਾਹਿਬ ਨੂੰ ਮੁੱਖ ਰੱਖੀਏ। ਬਾਕੀ ਚਲੋ ਜੇ ਪੰਥ ਕਿਸੇ ਨੂੰ ਸੇਵਾ ਦਾ ਮੌਕਾ ਦਿੰਦਾ ਹੈ, ਉਹਨੂੰ ਜ਼ਰੂਰ ਸਮਝਣਾ ਚਾਹੀਦਾ ਕਿ ਇੱਕ ਡਰਾਈਵਰ ਜਿਹੜਾ ਹੈ ਉਹ ਸ਼ਰਾਬੀ ਕਬਾਬੀ ਹੋ ਕੇ ਜੇ ਬੱਸ ਚਲਾਵੇਗਾ ਤੇ ਪਿੱਛੇ ਬੈਠੀਆਂ ਸਵਾਰੀਆਂ ਜਿਹੜੀਆਂ ਉਹਨਾਂ ਦਾ ਨੁਕਸਾਨ ਕਰੇਗਾ। ਜੇ ਕੌਮ ਨੇ ਕਿਸੇ ਨੂੰ ਕੋਈ ਐਸੀ ਸੇਵਾ ਬਖਸ਼ ਦਿੱਤੀ ਹੈ ਤੇ ਉਹਨੂੰ ਸੁਚੇਤ ਹੋ ਕੇ ਹੀ ਸੇਵਾ ਕਰਨੀ ਚਾਹੀਦੀ ਹੈ। ਭਾਈ ਮਰਦਾਨਾ ਜੀ ਲੰਮੇ ਪਏ ਸਨ, ਜਨਮ ਸਾਖੀ ਵਾਲਾ ਬੜਾ ਸੋਹਣਾ ਲਿਖਦਾ, ਉਹ ਕਹਿੰਦੇ ਵੀ ਜਿਸ ਵਕਤ ਜਾਗੇ ਤੇ ਕੁਝ ਕੀੜੀਆਂ ਸਨ ਉਹਨਾਂ ਨੇ ਉਹਨਾਂ ਤੇ ਹੱਥ ਫੇਰਤਾ।
ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਸਾਰੀਆਂ ਕਿਉਂ ਮਾਰਤੀਆਂ? ਕਹਿਣ ਲੱਗੇ ਮਹਾਰਾਜ ਅਸਲ ਵਿੱਚ ਜਿਹੜੀ ਪਿੱਛੇ ਲੱਗੀਆਂ ਸਾਣੇ ਉਹ ਭੈੜੀ ਸੀ, ਉਹਨੇ ਮੈਨੂੰ ਕੱਟਿਆ ਸੀ, ਉਹਦਾ ਸੁਭਾਅ ਚੰਗਾ ਨਹੀਂ ਸੀ। ਮਹਾਰਾਜ ਗੁਰੂ ਨਾਨਕ ਸਾਹਿਬ ਹੱਸ ਪਏ, ਕਹਿਣ ਲੱਗੇ ਬਿਲਕੁਲ ਠੀਕ ਹੈ, ਜਦੋਂ ਮਾੜੀ ਸੋਚ ਵਾਲਿਆਂ ਦੇ ਪਿੱਛੇ ਆ ਰਹੇ ਹੋਈਏ ਤਾਂ ਉਹਨਾਂ ਦਾ ਵੀ ਨੁਕਸਾਨ ਹੁੰਦਾ ਹੈ। ਸਾਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਕਿਸੇ ਗੁਰੂ ਕੀ ਮੱਤ ਲੈ ਕੇ ਆਪਣੀ ਜ਼ਿੰਦਗੀ ਦਾ ਵੀ ਲੀਡਰ ਗੁਰੂ ਨੂੰ ਸਮਝੀਏ, ਪੰਜ ਪਿਆਰਿਆਂ ਨੂੰ ਸਮਝੀਏ ਤੇ ਅਸੀਂ ਸੁਚੇਤ ਹੋ ਕੇ ਤੁਰੀਏ, ਕਿਉਂਕਿ ਪਿੱਛੇ ਕੌਮ ਦਾ ਸਵਾਲ। ਰਾਈਟ। ਸੋ ਜਿੱਥੇ ਮੈਂ ਇਹ ਗੱਲ ਕੀਤੀ ਕਿ ਵਿਅਕਤੀਗਤ ਤੌਰ ਦੇ ਉੱਤੇ ਇਹ ਸ਼ੁਰੂਆਤ ਆਪ ਤੋਂ ਕਰਨੀ ਪਏਗੀ, ਪਰ ਤੁਸੀਂ ਢਾਡੀ ਪ੍ਰਚਾਰਕ ਜਿਹੜੇ ਹੈਗੇ ਹੋ, ਇਹਨਾਂ ਦੇ ਉੱਤੇ ਬਹੁਤ ਜ਼ਿਆਦਾ ਲੋਕਾਂ ਦੀ ਆਸਥਾ ਹੁੰਦੀ ਹੈ ਕਿ ਤੁਸੀਂ ਜੋ ਕੁਝ ਕਹਿੰਦੇ ਹੋ ਉਸ ਦੇ ਉੱਤੇ ਲੋਕ ਬਿਲੀਵ ਕਰਦੇ ਨੇ। ਕਿ ਇਸ ਸ਼੍ਰੇਣੀ ਵੱਲੋਂ ਵੀ ਕੋਈ ਉਪਰਾਲੇ ਕੀਤੇ ਜਾ ਰਹੇ ਨੇ ਕਿ ਇਹ ਸੱਚ ਜਿਹੜਾ ਹੈਗਾ ਇਸ ਦੇ ਬਾਰੇ ਵੀ ਗੱਲਾਂ ਬਾਤਾਂ ਹੋਣ? ਕਿ ਸਿਰਫ ਅੱਜ ਅਸੀਂ ਦੇਖ ਰਹੇ ਕਿ ਬਹੁਤ ਥਾਵਾਂ ਦੇ ਉੱਤੇ ਇਹ ਵੀ ਹੁੰਦਾ ਹੈ ਕਿ ਸਾਖੀਆਂ ਸੁਣਾ ਕੇ ਜਾਂ ਹੋਰ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਸਮਾਪਤੀ ਕਰ ਦਿੱਤੀ ਜਾਂਦੀ ਹੈ, ਪਰ ਜਿਹੜੇ ਜੀਵਨ ਦੀ ਜਿਹੜੀ ਗੁਰੂ ਦਾ ਸਿਧਾਂਤ ਜੋ ਹੈ, ਜਿਸ ਵਿੱਚ ਕਿ ਦੈਵੀ ਗੁਣਾਂ ਦੀ ਗੱਲ ਕੀਤੀ ਗਈ, ਉਹ ਅੱਜ ਸੁਣਨ ਨੂੰ ਨਹੀਂ ਮਿਲਦੀ ਹੈਗੀ। ਸੋ ਕੀ ਤੁਸੀਂ ਆਪਣੇ ਆਪ ਨੂੰ ਵੀ ਇਸ ਦੇ ਵਿੱਚ ਸ਼ਾਮਲ ਕਰਦੇ ਹੋ ਕਿ ਤੁਸੀਂ ਵੀ ਕਿਤੇ ਪਿੱਛੇ ਰਹਿ ਰਹੇ ਹੈਗੇ ਹੋ ਤੇ ਕੁਝ ਹੋਰ ਕਰਨ ਦੀ ਲੋੜ ਹੈਗੀ? ਬਿਲਕੁਲ, ਅੱਜ ਸਾਡੇ ਭਾਈਚਾਰੇ ਦੇ ਵਿੱਚ ਘਾਟ ਹੈ, ਖਾਸ ਕਰਕੇ ਇੱਕ ਪਾਸੜ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਚਾਰ ਕਰਨਾ, ਲੀਡਰਸ਼ਿਪ ਨੂੰ ਮੁੱਖ ਰੱਖ ਕੇ, ਪ੍ਰਬੰਧਕਾਂ ਨੂੰ ਮੁੱਖ ਰੱਖ ਕੇ ਕੁਸ਼ਾਮਦੀ ਦੇ ਬੋਲ ਜਿਹੜੇ ਨੇ ਉਹ ਸਟੇਜਾਂ ਤੋਂ ਬੋਲਣੇ, ਜਾਂ ਉਲਾਰ ਦੇਖਣਾ ਵੀ ਇੱਥੇ ਉਲਾਰ ਕਿਸਦਾ ਹੈ, ਗੁਰੂ ਗ੍ਰੰਥ ਸਾਹਿਬ ਦੀ ਸੱਚਾਈ ਨੂੰ ਇੱਕ ਪਾਸੇ ਰੱਖਣਾ। ਤੇ ਮੈਨੂੰ ਯਕੀਨ ਹੈ ਵੀ ਜੇ ਸਾਡਾ ਅਜਲਾਣਾ ਕੋਈ ਵੀ, ਭਾਵੇਂ ਮੈਂ ਵੀ ਇਹਦੇ ਵਿੱਚ ਹੋਵਾਂ, ਕੋਈ ਵੀ ਇਸ ਤਰ੍ਹਾਂ ਕਰਦਾ ਹੈ, ਗੁਰੂ ਉਸ ਨੂੰ ਬਖਸ਼ੇਗਾ ਨਹੀਂ। ਜੇ ਉਹਨਾਂ ਨੇ ਆਪਣੇ ਪੁੱਤਰ ਨੂੰ ਨਹੀਂ ਬਖਸ਼ਿਆ ਕਿ ਉਹਨਾਂ ਨੇ ਬਾਣੀ ਤੋਂ ਅਰਥੋਂ ਅਨਰਥ ਕੀਤਾ ਹੈ, ਮਿੱਟੀ ਮੁਸਲਮਾਨ ਕੀ ਥਾਂ ਮਿੱਟੀ ਬੇਈਮਾਨ ਕੀ, ਬਾਬਾ ਰਾਮ ਰਾਏ ਨੇ ਬੋਲਿਆ ਹੈ। ਕਿੰਨੇ ਪੁੱਤਰ ਪਿਆਰੇ ਹੁੰਦੇ ਨੇ ਤੇ ਕਿੰਨੇ ਕੋਮਲ ਹਿਰਦੇ ਵਾਲੇ ਗੁਰੂ ਹਰਿ ਪਾਤਸ਼ਾਹ ਹੋਣਗੇ, ਜਿਨ੍ਹਾਂ ਨੇ ਗੁਰਬਾਣੀ ਦੇ ਅਦਬ ਵਾਸਤੇ, ਗੁਰਬਾਣੀ ਦੇ ਸਤਿਕਾਰ ਵਾਸਤੇ ਸਰੀਰ ਤੇ ਵੀ ਚੋਟ ਚੱਲ ਲਈ। ਜਦੋਂ ਸੰਗਤਾਂ ਬਾਣੀ ਪੜ੍ਹਦੀਆਂ ਆਈਆਂ, ਉਹਨਾਂ ਦੇ ਗੋਡੇ ਤੇ ਚੋਟ ਲੱਗੀ ਸੀ ਤੇ ਉਹਨਾਂ ਨੇ ਆਪਣੇ ਦਿਲ ਤੇ ਵੀ ਉਹ ਚੋਟ ਝੱਲੀ ਕਿ ਆਪਣੇ ਪੁੱਤਰ ਨੂੰ ਕਹਿ ਦਿੱਤਾ, ਜਿੱਧਰ ਤੇਰਾ ਮੂੰਹ ਉਧਰ ਚਲਾ ਜਾ, ਪਰ ਜੇ ਤੂੰ ਗੁਰਬਾਣੀ ਦੀ ਸੱਚਾਈ ਉੱਤੇ ਪਰਦਾ ਪਾ ਦਿੱਤਾ, ਤੇਰਾ ਮੇਰਾ ਹੁਣ ਕੋਈ ਮੇਲ ਨਹੀਂ। ਤਾਂ ਉਹਨਾਂ ਮੇਲ ਕੀਤਾ ਵੀ ਨਹੀਂ ਉਹਦਾ। ਇਹ ਸਾਨੂੰ ਜ਼ਰੂਰ ਖਾਸ ਕਰਕੇ ਪ੍ਰਚਾਰਕਾਂ ਨੂੰ ਸੋਚਣਾ ਚਾਹੀਦਾ ਇਸ ਬਾਰੇ। ਭਾਈ ਸਾਹਿਬ ਧੰਨਵਾਦ, ਇਹ ਸਪਸ਼ਟ ਤੌਰ ਦੇ ਉੱਤੇ ਜਿਹੜੇ ਤੁਸੀਂ ਖੁੱਲ੍ਹੇ ਦਿਲ ਨਾਲ ਜੋ ਇਸ ਸਮੇਂ ਹਕੀਕਤ ਹੈ ਉਸ ਨੂੰ ਬਿਆਨ ਕੀਤਾ, ਦੇ ਨਾਲ ਇਹ ਰਾਹ ਵੀ ਦੱਸਿਆ ਕਿ ਸਾਨੂੰ ਅਵਿਅਕਤੀਗਤ ਤੌਰ ਦੇ ਉੱਤੇ ਇਹ ਆਪਣੇ ਆਪ ਉਪਰਾਲੇ ਕਰਨੇ ਚਾਹੀਦੇ ਨੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਜੁੜੀਏ, ਸਮਝੀਏ ਅਤੇ ਉਸ ਤੋਂ ਬਾਅਦ ਉਸ ਨੂੰ ਗ੍ਰਹਿਣ ਕਰੀਏ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਭਾਈ ਮਨਜੀਤ ਸਿੰਘ ਨੇ ਜਿਹੜੀ ਆ ਜਾਣਕਾਰੀ ਤੁਹਾਡੇ ਨਾਲ ਸਾਂਝ ਪਾਈ ਹੈ ਜੀ, ਇਹ ਇੱਕ ਹਕੀਕਤ ਹੈ। ਹਕੀਕਤ ਨੂੰ ਅਸੀਂ ਨਾ ਮੰਨਣਾ ਚਾਹੀਏ, ਇੱਕ ਵੱਖਰੀ ਗੱਲ ਹੈ, ਅਤੇ ਇਸੇ ਕਰਕੇ ਅਸੀਂ ਐਸੇ ਵਿਸ਼ੇ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ, ਕਿਉਂਕਿ ਅੱਜ ਸਾਨੂੰ ਸੱਚ ਵੀ, ਜਿੱਥੇ ਅਸੀਂ ਜਾਂਦੇ ਹਾਂ ਸੱਚ ਲੱਭਣ ਲਈ, ਉੱਥੇ ਵੀ ਸਾਨੂੰ ਸੱਚ ਸੁਣਨ ਨੂੰ ਨਹੀਂ ਮਿਲਦਾ। ਆਓ ਸਾਰੇ ਉਪਰਾਲੇ ਕਰੀਏ, ਸਭ ਦੇ ਹੀ ਯੋਗਦਾਨ ਨਾਲ ਅਸੀਂ ਕੁਝ ਨਾ ਕੁਝ ਕੌਮੀ ਤੌਰ ਦੇ ਉੱਤੇ ਕੁਝ ਚੰਗਾ ਅੱਗੇ ਲਿਆ ਸਕਦੇ ਹਾਂ, ਪਰ ਇਹ ਤਦ ਹੀ ਹੋਏਗਾ ਪੋਸੀਬਲ ਜੇਕਰ ਅਸੀਂ ਵਿਅਕਤੀਗਤ ਤੌਰ ਦੇ ਉੱਤੇ ਸਿਰਫ ਕਹਿਣ ਤੱਕ ਹੀ ਸੀਮਤ ਨਾ ਰਹੀਏ, ਇਹ ਸਾਰੀਆਂ ਚੀਜ਼ਾਂ ਨੂੰ ਗ੍ਰਹਿਣ ਕਰਕੇ ਆਪਣੇ ਜੀਵਨ ਵਿੱਚ ਬਦਲਾ ਲਈਏ ਤੇ ਸਾਡੇ ਬਿਹੇਵੀਅਰ ਵਿੱਚੋਂ ਇਹ ਰਿਫਲੈਕਟ ਹੋਵੇ। ਆਸ ਕਰਨਾ ਕਿ ਤੁਹਾਨੂੰ ਇਹ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਵੇਗਾ। ਫੀਡਬੈਕ ਲਈ 604 603 7555 ਜਾਂ ਫਿਰ ਈਮੇਲ ਰਾਹੀਂ harpreet@akaltv.com ਤੇ ਸੰਪਰਕ ਕਰ ਸਕਦੇ ਹੋ। ਉਸ ਤੋਂ ਇਲਾਵਾ ਕੋਈ ਵੀ ਇਨਫੋਰਮੇਸ਼ਨ ਤੁਸੀਂ ਲੈਣੀ ਹੋਏ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰਿਆ ਕਰੋ, ਜਾਂ ਤੁਸੀਂ ਵੀ ਇੱਥੇ ਆ ਕੇ ਮੁੱਖ ਬੁਲਾਰੇ ਵਜੋਂ ਸਾਡੇ ਨਾਲ ਸਾਂਝ ਪਾਉਣਾ ਚਾਹੁੰਦੇ ਹੋ ਤਾਂ ਤੁਹਾਡਾ ਆਪਣਾ ਪ੍ਰੋਗਰਾਮ ਹੈ। ਆਓ ਸਾਰੇ ਰਲ ਮਿਲ ਕੇ ਕੁਝ ਚੰਗਾ ਪੋਜ਼ਿਟਿਵਿਟੀ ਜੋ ਹੈ ਆਪਣੀ ਕਮਿਊਨਿਟੀ ਵਿੱਚ ਲੈ ਕੇ ਹਾਜ਼ਰ ਹੋਈਏ। तो फिर मुलाकात करेंगे, तब तक गुड बाय।